ਹੁਣ ਉਹਨਾਂ ਸਮਿਆਂ ਵਿੱਚ ਇੱਕ ਗੱਲ ਪ੍ਰਚਲਿਤ ਸੀ ਵੀ ਜਿਹੜਾ ਵਿਆਹ ਕਰਾਉਂਦਾ ਹੈ ਉਹ ਡੁੱਬ ਜਾਂਦਾ ਹੈ। ਇਹ ਜਿਹੜਾ ਕਾਮ ਹੈ, ਜਿਹੜੀ ਇਸਤਰੀ ਹੈ, ਕਾਮਨੀ ਹੈ, ਕਲਯੁਗ ਦਾ ਰੂਪ ਹੈ। ਗੁਰੂ ਨਾਨਕ ਸਾਹਿਬ ਨੇ ਇੱਥੇ ਬੜੀ ਚੋਟ ਕੀਤੀ ਹੈ। ਇਸਤਰੀ ਨੂੰ ਬੜੇ ਬੜੇ ਭੱਦੇ ਲਫ਼ਜ਼ਾਂ ਨਾਲ ਸਨਾਤਨ ਰਿਸ਼ੀਆਂ ਨੇ, ਕਿਸੇ ਨੇ ਪੈਰ ਦੀ ਜੁੱਤੀ ਕਹਿ ਦੇਣਾ, ਬੁਰਾ ਭਲਾ ਆਖਣਾ, ਬੁਰੇ ਬੁਰੇ ਵਾਕ ਬੋਲਣੇ, ਉਹ ਕਹਿ ਦੇਣਾ ਵੀ ਜਿਹੜਾ ਇਸਤਰੀ ਦੇ ਮੱਥੇ ਲੱਗੇਗਾ ਉਹਦਾ ਜੀਵਨ ਸਫਲਾ ਨਹੀਂ ਹੈ, ਉਹ ਪਾਰ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਇੱਥੇ ਚੋਟ ਕੀਤੀ ਹੈ ਇਸ ਪਾਖੰਡ ਤੇ। ਔਰ ਇੰਨਾ ਅਦਬ ਹੈ, ਮਹਾਰਾਜ ਕਹਿੰਦੇ ਦੇਖੋ ਇਸਤਰੀ ਵੀ ਰੱਬ ਦੀ ਰਚਨਾ ਹੈ ਤੇ ਮਰਦ ਵੀ, ਤੇ ਜਿਹੜਾ ਇਸਤਰੀ ਨੂੰ ਦੋਸ਼ ਦਿੰਨਾ ਹੈ ਤੂੰ ਵੀ ਇਹ ਡੁੱਬਣ ਦਾ ਕਾਰਨ ਹੈ, ਦੋਸ਼ ਸਿੱਧਾ ਰੱਬ ਨੂੰ ਜਾਂਦਾ ਹੈ। ਅਗਰ ਇਸਤਰੀ ਭਵਸਾਗਰ ਤੋਂ ਡੁੱਬਣੇ ਦਾ ਕਾਰਨ ਸੀ ਤੇ ਰੱਬ ਨੂੰ ਬਣਾਉਣੀ ਨਹੀਂ ਸੀ ਚਾਹੀਦੀ। ਕਿਉਂ ਕੰਡੇ ਬੀਜੇ ਨੇ ਰੱਬ ਨੇ ਬੰਦੇ ਦੇ ਅੱਗੇ? ਜੇ ਕੰਡੇ ਨੇ ਗ੍ਰਸਤ ਦੁਖਦਾਇਕ ਹੈ, ਇਸਤਰੀ ਡੁੱਬਣ ਦਾ ਕਾਰਨ ਹੈ, ਤੇ ਇਹਦਾ ਦੋਸ਼ੀ ਤੇ ਪਰਵਰਦੀਗਾਰ ਹੈ, ਬਣਾਉਣ ਵਾਲਾ ਹੈ। ਇਸਤਰੀ ਨੂੰ ਦੋਸ਼ ਕਿਉਂ ਹੈ? ਤੇ ਰੱਬ ਕਦੇ ਵੀ ਕੁਝ ਗਲਤ ਨਹੀਂ ਕਰਦਾ। ਇਹ ਦੁੱਖ ਸੁੱਖ ਇਹ ਸਭ ਸਾਡੇ ਕਰਮਾਂ ਦਾ ਬੀਜ ਨੇ। ਜੋ ਰੱਬ ਨੂੰ ਭਾਉਂਦਾ ਹੈ ਦੁਨੀਆ ਤੇ ਪੈਦਾ ਕਰ ਰਿਹਾ ਹੈ। ਸਾਡੇ ਘਰ ਵਿੱਚ ਉਹੀ ਚੀਜ਼ ਰਵੇਗੀ ਜੋ ਸਾਨੂੰ ਚੰਗੀ ਲੱਗਦੀ ਹੈ। ਫਰਨੀਚਰ ਚੰਗਾ ਨਾ ਲੱਗਾ ਕੱਢ ਕੇ ਬਾਹਰ ਨਵਾਂ ਲੈ ਆਓ, ਭਾਂਡੇ ਚੰਗੇ ਨਹੀਂ ਨਵੇਂ ਲੈ ਆਓ, ਆਹ ਰੁੱਖ ਚੰਗਾ ਨਹੀਂ ਪੁੱਟ ਕੇ ਨਵਾਂ ਲਾ ਦਿਓ। ਸਾਡੀ ਫਿਦਰਤ ਹੈ, ਘਰ ਵਿੱਚ ਜੋ ਚੰਗਾ ਲੱਗੇ ਉਹੀ ਰੱਖਦੇ ਆ। ਤੇ ਸੰਸਾਰ ਸਾਗਰ ਗੁਰੂ ਨਾਨਕ ਨਿਰੰਕਾਰੀ ਅਕਾਲ ਪੁਰਖ ਦੀ ਰਚਨਾ ਹੈ, ਉਹਦਾ ਘਰ ਹੈ। ਜੋ ਭਾਉਂਦਾ ਹੈ ਉਹ ਇੱਥੇ ਰਵੇਗਾ। ਇਸਤਰੀ ਭਾਈ ਤੇ ਪੈਦਾ ਕੀਤੀ, ਮਰਦ ਭਾਇਆ ਤੇ ਪੈਦਾ ਕੀਤਾ ਹੈ। ਗੁਰੂ ਅਰਜਨ ਸਾਹਿਬ ਨਾ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਸਨ, ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਸਨ। ਆਦ ਲਫ਼ਜ਼ ਇਸ ਲਈ ਹੈ, ਇਹਦੇ ਵਿੱਚ ਆਦ ਦੀ ਬਾਣੀ ਹੈ। ਅਕਾਲ ਪੁਰਖ ਕਿਉਂਕਿ ਆਦ ਹੈ, ਉਹਦੀਆਂ ਗੱਲਾਂ ਨੇ। ਉੱਥੇ ਬੜੇ ਸਮਕਾਲੀ ਭਗਤ ਮਹਾਰਾਜ ਦੇ ਪਹੁੰਚੇ ਹੋਏ ਸਨ। ਸੂਰਦਾਸ ਜੀ ਵਰਗੇ, ਛੱਜੂ ਜੀ ਵਰਗੇ, ਜਮਾਲ ਸੈਨ ਵਰਗੇ। ਅੱਛਾ, ਜਦੋਂ ਇਹ ਮਹਾਂਪੁਰਸ਼ ਪੀਲੂ ਵਰਗੇ, ਕਾਨੇ ਵਰਗੇ ਸਾਰੇ ਆਏ ਨਾ ਜੀ, ਸਾਡੀ ਬਾਣੀ ਨੂੰ ਜਗ੍ਹਾ ਦਿਓ। ਇਹ ਬੜਾ ਲੰਮਾ ਇਤਿਹਾਸ ਹੈ, ਉਹਦੇ ਚੋਂ ਇੱਕ ਮਹਾਂਪੁਰਸ਼ ਦਾ ਜ਼ਿਕਰ ਕਰਾਂ ਜੋ ਇਸਤਰੀ ਦੀ ਸ਼ਾਨ ਦੇ ਉਲਟ ਬੋਲਿਆ ਸੀ। ਉੱਥੇ ਇੱਕ ਭਗਤ ਆਇਆ, ਮਹਾਰਾਜ ਦੇ ਸਨਮੁਖ ਬੈਠਾ, ਦਾ ਨਾਮ ਸੀ ਭਗਤ ਛੱਜੂ। ਉਹ ਆਖਣ ਲੱਗਾ, ਮਹਾਰਾਜ ਮੇਰੇ ਜਿਹੜੇ ਬੋਲ ਨੇ ਇਹ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚ ਦਰਜ ਕਰ ਲਿਓ, ਬੜੇ ਉੱਤਮ ਬੋਲ ਨੇ। ਮਹਾਰਾਜ ਕਹਿੰਦੇ ਫਿਰ ਸੁਣਾਓ, ਜੇ ਕਸਵੱਟੀ ਤੇ ਖਰੇ ਉਤਰ ਗਏ ਤੇ ਜਗ੍ਹਾ ਦਵਾਂਗਾ, ਤੇ ਜੇ ਕਸਵੱਟੀ ਤੇ ਖਰੇ ਨਾ ਉਤਰੇ, ਈਰਖਾ ਦਵੈਤ ਦੀ ਉਹਨਾਂ ਵਿੱਚੋਂ ਬੂ ਆਉਂਦੀ ਹੋਈ, ਤੇ ਫਿਰ ਜਗ੍ਹਾ ਨਹੀਂ ਮਿਲੇਗੀ। ਕਹਿੰਦਾ ਜੀ ਠੀਕ ਹੈ। ਬਹਿ ਗਿਆ ਸਾਹਮਣੇ ਚੌਂਕੜਾ ਲਾ ਕੇ। ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਬਾਣੀ ਕਾ ਬੋਹਿਤ ਭਵਸਾਗਰ ਤੋਂ ਪਾਰ ਲਾਉਣ ਲਈ ਸਾਡੇ ਲਈ ਜਹਾਜ਼ ਬਣਾ ਰਿਹਾ ਸੀ ਬਾਣੀ ਦਾ। ਭਗਤ ਛੱਜੂ ਜੀ ਨੇ ਉੱਥੇ ਬਚਨ ਆਖਿਆ, ਕਾਗਦ ਸੰਧੀ ਪੁੱਤਰੀ ਤੋ ਵੀ ਤ੍ਰਿਆ ਨਾ ਨਿਹਾਰ। ਕਾਗਦ ਸੰਧੀ ਪੁੱਤਰੀ ਤੋ ਵੀ ਤ੍ਰਿਆ ਨਾ ਨਿਹਾਰੋ, ਯਹੀ ਮਾਰ ਲੈ ਜਾਵਈ ਜਥਾ ਬਿਲੋਚਨ ਧਾਰ। ਅੱਛਾ ਵੇਖੋ ਬੋਲ ਕੈਸੇ ਨੇ। ਆਖਣ ਲੱਗੇ ਇਸਤਰੀ ਦਾ ਸੰਗ ਕਰਨਾ ਤੇ ਡਬੋਂਦਾ ਹੀ ਹੈ, ਇਹ ਤੇ ਤੈਅ ਹੈ। ਕਹਿੰਦਾ ਕਾਗਜ਼ ਦੀ ਇਸਤਰੀ ਵੀ ਮੱਥੇ ਲੱਗ ਜਾਵੇ ਤੇ ਬੰਦਾ ਨਰਕਾਂ 'ਚ ਜਾਂਦਾ ਹੈ। ਐਸੇ ਬੋਲ ਨੇ ਬੋਲੇ। ਕਹਿੰਦਾ ਦੇਖਣਾ ਹੀ ਨਹੀਂ ਚਾਹੀਦਾ ਬੀਬੀਆਂ ਦੇ ਵੱਲ, ਨਰਕਾਂ ਨੂੰ ਜਾਵੇਗਾ ਜਿਹੜਾ ਵੇਖੇਗਾ। ਗੁਰੂ ਪਾਤਸ਼ਾਹ ਨੇ ਹਜੇ ਇੰਨਾ ਬਚਨ ਹੀ ਸੁਣਿਆ ਤੇ ਟੋਕ ਦਿੱਤਾ, ਕਹਿੰਦੇ ਇੱਥੇ ਹੀ ਚੁੱਪ ਹੋ ਜਾ। ਇੱਥੇ ਹੀ ਕਹਿੰਦੇ ਚੁੱਪ ਹੋ ਜਾ ਛੱਜੂ, ਤੇਰੇ ਬੋਲ ਮੈਨੂੰ ਭਾਏ ਨਹੀਂ, ਤੇਰੇ ਬੋਲ ਮੈਨੂੰ ਚੰਗੇ ਨਹੀਂ ਲੱਗੇ। ਅੱਛਾ, ਗੁਰੂ ਗ੍ਰੰਥ ਸਾਹਿਬ ਦੇ ਬੋਲ ਆਖਣ ਲੱਗੇ ਮਹਾਰਾਜ ਵੀ ਸਾਡੇ ਗੁਰੂ ਨਾਨਕ ਪਾਤਸ਼ਾਹ ਤੇ ਕਹਿ ਰਹੇ ਨੇ, ਭੰਡ ਜੰਮੀ ਐ, ਭੰਡ ਨਿਮੀ ਐ, ਭੰਡ ਮੰਗਣ ਵੀ ਆਹੋ। ਕਹਿੰਦੇ ਛੱਜੂ ਅਗਰ ਇਸਤਰੀ ਇੰਨੀ ਬੁਰੀ ਹੈ ਤੇ ਜਿਹਦੀ ਕੁੱਖ ਚੋਂ ਪੈਦਾ ਆਇਆ ਹੈ, ਤੂੰ ਚੰਗਾ ਸੰਤ ਕਿਵੇਂ ਹੈ, ਤੂੰ ਚੰਗਾ ਕਿਵੇਂ ਬਣ ਗਿਆ ਹੈ? ਆਖਣ ਲੱਗੇ ਭੰਡ ਜੰਮੀ ਐ, ਭੰਡ ਨਿਮੀ ਐ।
ਇਸਤਰੀ ਵਿੱਚ ਹੀ ਸਰੀਰ ਪੈਦਾ ਹੁੰਦਾ ਹੈ ਨਾ ਬੰਦੇ ਦਾ। ਇਸਤਰੀ ਨਹੀਂ ਤੇ ਪਰਮਾਤਮਾ ਦੀ ਇਹ ਸ੍ਰਿਸ਼ਟੀ ਨਹੀਂ, ਹੋਂਦ ਨਹੀਂ। ਦੋ ਵਿਪਰੀਤ ਪਰਮਾਤਮਾ ਦੀ ਰਚਨਾ ਵਿੱਚ ਅੰਗ ਮਿਲਦੇ ਨੇ, ਇਸਤਰੀ ਮਰਦ ਮਿਲਦੇ ਨੇ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਭਾਵੇਂ ਤੂੰ ਸੰਤ ਹੈ, ਸਾਕਤ ਹੈ, ਰਾਜਾ ਹੈ, ਮਹਾਪੁਰਸ਼ ਹੈ, ਗਰੀਬ ਹੈ, ਨਿਰਧਨ ਹੈ, ਸਰਦਨ ਹੈ, ਜਿੰਨੀਆਂ ਵੀ ਜੂਨਾ ਨੇ ਇਸਤਰੀ ਦੇ ਗਰਭ ਤੋਂ ਹੀ ਤੇ ਨੇ। ਕਿਸੇ ਜੋਨੀ ਵਿੱਚ ਵੀ ਚਲੇ ਜਾਓ ਤੁਸੀਂ, ਪਸ਼ੂ ਬਿਰਤੀ ਚਲੇ ਜਾਓ, ਪਸ਼ੂ ਜੋਨੀਆਂ ਵਿੱਚ ਚਲੇ ਜਾਓ, ਮੱਛਾਂ ਕਛਾ ਮੱਛੀਆਂ ਦੇ ਵਿੱਚ ਚਲੇ ਜਾਓ, ਇਹ ਤੇ ਰਚਨਾ ਹੀ ਐਸੀ ਹੈ ਉਹਦੀ। ਗੁਰੂ ਸਾਹਿਬ ਆਖਣ ਲੱਗੇ ਵੀ ਸਾਡੇ ਫਲਸਫਾ ਇਹ ਚੱਲਦਾ ਹੈ ਵੀ ਇਸਤਰੀ ਨੂੰ ਮਾੜਾ ਆਖੋਗੇ ਤੇ ਮਾੜਾ ਆਖਣ ਵਾਲਾ ਵੀ ਉਹਦੀ ਕੁੱਖ ਚੋਂ ਹੀ ਪੈਦਾ ਹੋਇਆ, ਉਹ ਚੰਗਾ ਕਿਵੇਂ ਹੋ ਗਿਆ? ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵੀ ਆਹੋ। ਕਹਿੰਦੇ ਛੱਜੂ ਧਿਆਨ ਦੇ, ਤੁਹਾਡਾ ਜੀਵਨ, ਮਨੁੱਖਤਾ ਦਾ ਜੀਵਨ ਕੈਸਾ ਹੈ? ਇਸਤਰੀ ਤੋਂ ਬਿਨਾਂ ਕੀ ਵਟੀ ਦੀ ਹੈ ਤੁਹਾਡੀ? ਕਹਿੰਦੇ ਪੈਦਾ ਉਹਦੇ ਤੋਂ ਹੋਏ, ਉਹਨੇ ਆਪਣੇ ਲਹੂ ਦੇ ਨਾਲ ਤੁਹਾਨੂੰ ਸਿੰਚਿਆ ਹੈ। ਵਿਦਨ ਦਾ ਵੂਮਨ ਦਾ ਮੈਨ ਇਜ਼ ਬੋਰਨ। ਬੀਬੀ ਨਹੀਂ ਤੇ ਸੰਤ ਕਿੱਥੋਂ ਆ ਗਿਆ? ਬੀਬੀ ਨਹੀਂ ਤੇ ਦਾਤਾ ਕਿੱਥੋਂ ਆ ਗਿਆ? ਪੈਗੰਬਰ ਰਹਿਬਰ ਕਿੱਥੋਂ ਆ ਗਏ? ਬੀਬੀ ਨਹੀਂ ਤੇ ਰਾਜੇ ਕਿੱਥੋਂ ਆ ਗਏ? ਸੂਰਬੀਰ ਕਿੱਥੋਂ ਪੈਦਾ ਹੋ ਗਏ? ਅੱਛਾ, ਪੈਦਾ ਇਸਤਰੀ ਤੋਂ ਹੋਇਆ, ਭੰਡ ਮੰਗਣ ਵੀ ਆਹੋ। ਫਿਰ ਇਸਤਰੀ ਦੇ ਨਾਲ ਇਹਦਾ ਮੰਗਣਾ ਹੋ ਗਿਆ ਤੇ ਅੱਗੇ ਜਾ ਕੇ ਵਿਆਹ ਹੋ ਗਿਆ। ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹੋ। ਔਰ ਜਿਹਦੇ ਨਾਲ ਗ੍ਰਿਸ਼ਤ ਦਾ ਸੰਬੰਧ ਜੁੜਿਆ, ਉਹਦੇ ਨਾਲ ਪ੍ਰੇਮ ਹੈ, ਉਹਦੇ ਨਾਲ ਦੋਸਤੀ ਹੈ, ਔਰ ਉਹਦੇ ਨਾਲ ਦੋਸਤੀ ਹੋਣ ਦੇ ਨਾਤੇ ਬੜੇ ਰਿਸ਼ਤੇ ਹੋਰ ਬਣ ਗਏ, ਹੋਰ ਬੜੇ ਸੱਜਣ ਮਿੱਤਰ ਪਰਿਵਾਰ ਦੇ ਮੈਂਬਰ ਵੱਧ ਗਏ। ਉਹਦੇ ਆਸਰੇ ਹੋਰਾਂ ਨਾਲ ਦੁਨੀਆ 'ਚ ਸੰਬੰਧ ਵੀ ਜੁੜਿਆ ਹੈ। ਔਰ ਦੂਸਰੀ ਗੱਲ, ਜਿੱਥੇ ਸੰਬੰਧ ਜੁੜਿਆ ਹੈ ਉੱਥੋਂ ਇਹਦੀ ਅੰਸ਼ ਵੀ ਚੱਲੇਗੀ, ਉੱਥੋਂ ਇਹ ਦੁਨੀਆ ਦੀ ਮਹਾਨ ਰਚਨਾ ਵੀ ਚੱਲੇਗੀ। ਰੱਬ ਨਾ ਕਰੇ ਇਸਤਰੀ ਜਾਵੇ ਮਰ, ਕਹਿੰਦੇ ਭੰਡ ਮੂਆ ਪੰਡ ਭਾਲੀਐ। ਫਿਰ ਇਸਤਰੀ ਲੱਭਦਾ ਹੈ, ਫਿਰ ਇਸਤਰੀ ਲੱਭਦਾ ਹੈ। ਭੰਡ ਹੋਵੇ ਬੰਦਾਨ, ਦੇਵ ਨੇ ਧੋਵੇ ਘਰ ਵਾਲੀ ਨਾ ਰਹੀ ਤੇ ਫਿਰ ਇਸਤਰੀ ਲੱਭਦਾ ਹੈ। ਫਿਰ ਅੱਗੇ ਹੋਰ ਰਿਸ਼ਤੇਦਾਰੀਆਂ ਚੱਲਦੀਆਂ ਨੇ, ਹੋਰ ਇਸਤਰੀ ਵਿਆਹ ਕੇ ਲੈ ਆਉਂਦਾ ਹੈ। ਕਹਿੰਦੇ ਦੇਖ, ਮਾਂ ਦੇ ਰੂਪ ਵਿੱਚ ਵੀ ਤੇਰਾ ਸੇਵਾ ਦਾ ਖਿਆਲ ਉਸਨੇ ਰੱਖਿਆ।